So for both section A and B, so some last minute techniques ਔਰ ਜਸਟ ਮੈਂ ਤੁਹਾਨੂੰ ਐਗਜ਼ਾਮ ਕ੍ਰਾਈਟੇਰੀਆ ਸ਼ੋ ਕਰ ਰਹੀ ਹਾਂ ਕਿ ਐਗਜ਼ੈਕਟਲੀ ਕਿਹੜੇ ਬੇਸਿਸ ਤੇ ਕਿਵੇਂ ਤੁਹਾਡਾ ਐਗਜ਼ਾਮ ਚੈੱਕ ਹੋਊਗਾ ਜਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਸੋ ਫॉर सेक्शन ए we know objective ਕੀ ਹੋਣਾ ਚਾਹੀਦਾ to obtain the information right by asking the questions in section B ऑब्जेक्टिव की होना चाहिए पहला प्रेजेंट करना टॉपिक नु इन अ ब्रीफ वे मतलब बड़ा ब्रीफली अपन ने प्रेजेंट करना सेकंड ऑब्जेक्टिव हैगा आर्ग्यूमेंट्स करने इन ऑर्डर टू डिफेंड योर पॉइंट ऑफ व्यू अपना पॉइंट ऑफ व्यू ਨੂੰ डिफेंड ਕਰਨ ਦੇ ਲਈ ਜਾਂ ਫਿਰ ਉਹਨੂੰ ਕਨਵਿੰਸ ਕਰਨ ਦੇ ਲਈ ਆਰਗੂਮੈਂਟਸ ਦੇਣਾ ਸੋ ਥੀਸ ਆਰ ਦ ਆਬਜੈਕਟਿਵਸ ਤੇ ਐਗਜ਼ਾਮੀਨਰ ਦਾ ਰੋਲ ਕੀ ਹੋ ਸਕਦਾ ਇਨ ਸੈਕਸ਼ਨ ਬੀ ਵੀ ਨੋ ਉਹ ਆਪਣਾ ਫਰੈਂਡ ਹੈ ਇਨ ਸੈਕਸ਼ਨ ਏ ਜਿਹੜਾ ਉਹ ਕੋਈ ਵੀ ਰੋਲ ਪਲੇ ਕਰ ਸਕਦਾ ਲੈਟ ਸੇ ਆਪਾਂ ਕਿਸੇ ਤੋਂ ਰੈਂਟ ਕਰ ਰਹੇ ਹਾਂ ਇੱਕ ਕਾਰ ਕਿਸੇ ਪਰਸਨ ਤੋਂ ਰੈਂਟ ਕਰ ਰਹੇ ਹਾਂ ਆਫ ਕੋਰਸ ਉਹ ਸਾਹਮਣੇ ਵਾਲਾ ਓਨਰ ਹੋਏਗਾ ਲੈਟ ਸੇ ਆਪਾਂ ਕਿਸੇ ਤੋਂ ਫਰਨੀਚਰ ਪਰਚੇਜ਼ ਕਰ ਰਹੇ ਹਾਂ ਤਾਂ ਆਫ ਕੋਰਸ ਸਾਹਮਣੇ ਵਾਲਾ ਜਿਹੜਾ ਉਸ ਫਰਨੀਚਰ ਦਾ ਓਨਰ ਹੈ ਤੋ ਲੈਟ ਸੇ ਕੋਈ ਜੌਬ ਆਫਰ ਹੈ ਤੇ ਆਪਾਂ ਇੰਟਰਸਟਡ ਆ ਸਾਹਮਣੇ ਵਾਲਾ ਕੀ ਹੈ ਜਿਹੜਾ EMPLOYER ਹੈ और बॉस तो इट कैन बी एनीथिंग तो इन द सेक्शन ए सो टाइप ऑफ सूजे अगेन इन द रियल एग्जाम क्लियर होना चाहिए कि ਤੁਹਾਡੀ ਜਿਹੜੀ ਐਡ ਹੈ इट्स whether it's about classes it's about job offer about journey activity or stage means internship volunteer or renting something और बाइंग और परचेज बाइंग और सेलिंग समथिंग ये मतलब मेजर थीम्स यही रहंदियां ने तो द मोमेंट यू रिसीव द पेपर और द एग्जाम शीट और द डॉक्यूमेंट ਪਹਿਲਾਂ ਇਹ ਦੇਖ ਲਓ ਕਿ ਕਿਹੜੀ ਟਾਈਪ ਦਾ ਡਾਕੂਮੈਂਟ ਹੈ ਜੇ ਆਪਾਂ ਨੂੰ ਟਾਈਪ ਹੀ ਪਤਾ ਲੱਗ ਗਈ ਅਲਟੀਮੇਟਲੀ ਕੁਐਸਚਨਸ ਤੋਂ ਆਪਾਂ ਨੂੰ ਮਤਲਬ ਕਾਫੀ ਹੱਦ ਤੱਕ ਪਤਾ ਹੀ ਹੁੰਦੇ ਨੇ ਦੈਨ ਦ 5 ਕ੍ਰਾਈਟੇਰੀਆਜ਼ ਕਿਵੇਂ ਚੈੱਕ ਹੁੰਦਾ ਤੁਹਾਡਾ ਜੋ ਵੀ ਐਗਜ਼ਾਮ ਹੈ ਦੇਖੋ ਨਾ ਥੀਸ ਆਰ 3 ਮੇਨ ਕ੍ਰਾਈਟੇਰੀਆਜ਼ ਤੁਸੀਂ ਤੁਹਾਡੀ ਸਪੀਕਿੰਗ ਸਕਿੱਲਸ ਕੀ ਨੇ ਸਪੋਕਨ ਸਕਿੱਲਸ ਔਰ ਪ੍ਰੋਨੰਸੀਏਸ਼ਨ ਕਿਵੇਂ ਹੈ ਦੈਨ ਸਿੰਟੈਕਸ ਇਜ਼ ਲਾਈਕ whatever you are speaking ਇਹ ਰੈਲੀਵੈਂਟ ਬੋਲ ਰਹੇ ਹੋ ਜਾਂ ਨਹੀਂ ਬੋਲਣ ਨੂੰ ਤਾਂ ਆਪਾਂ ਹੁਣ ਦੇਖੋ ਸੈਕਸ਼ਨ A ਔਰ B ਆਪਾਂ ਤੁਸੀਂ ਕੰਪਲੀਟ ਕਰਕੇ ਆ ਸਕਦੇ ਹੋ ਬਟ ਜੇ ਉਹ ਹੁਣ ਅਕੋਰਡਿੰਗ ਟੂ ਦ ਟੌਪਿਕ ਲੌਜੀਕਲ ਹੈ ਨਹੀਂ ਤਾਂ ਓਨੈਸਟਲੀ ਮਾਰਕਸ ਨਹੀਂ ਮਿਲਦੇ ਜੇ ਘੱਟ ਮਿਲਦੇ ਦੈਨ ਲੈਕਸੀਕ ਇਜ਼ ਲਾਈਕ ਦ ਵੋਕੈਬਲਰੀ ਪਾਰਟ ਕਿ ਕਿੰਨੇ ਕੁ ਵਰਡਸ ਆਉਂਦੇ ਨੇ ਤੁਹਾਨੂੰ ਬੋਲਣੇ ਅਕੋਰਡਿੰਗ ਟੂ ਦ ਟੌਪਿਕ ਦੈਨ next we have some more points in section 8. Do not ask kamo sawa sawa biya or anything in the section A. So intro ਦੇ ਵਿੱਚ ਕੁਝ ਇਹ ਨਹੀਂ ਬੋਲਣਾ bonjour kamo sawa miss here this and that doesn't seem impressive ਠੀਕ ਹੈ ਐਂਡ ਸੈਕੰਡਲੀ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਸ਼ੋ ਕਰਦੀ ਹਾਂ ਇੰਟਰੋਡਕਸ਼ਨ ਦੀ ਸੋ ਯੂ ਵਿਲ ਹੈਵ ਅ ਬੈਟਰ ਆਈਡੀਆ तो देखो let's say this is the topic about museum. Oui, bonjour, je vous appelle parce que j'aimerais visiter le musée ce week-end et j'aimerais vous poser quelques questions. Vous avez quelques minutes, s'il vous plaît? Such a simple, easy to understand information or the introduction according to the topic. ਇਹਦੇ ਵਿੱਚ ਹੀ ਆਪਾਂ ਦੱਸ ਰਹੇ ਹਾਂ ਅਬਾਊਟ ਮਿਊਜ਼ੀਅਮ ਕਿ ਅਸੀਂ ਵਿਜ਼ਿਟ ਕਰਨਾ ਚਾਹੁੰਦੇ ਆ ਇੰਟਰਸਟਿਡ ਆ ਕਿ 10 ਕੁਐਸਚਨ ਪੁੱਛਣੇ ਆ ਅਸੀਂ or whatever in the section B if you see it's about the meuble means about the furniture oui bonjour je vous appelle au sujet de la petite annonce que vous avez postée sur les meubles topic ਦਾ name ਦੱਸੋ ਕਿ ਕਿਹੜੀ ਚੀਜ਼ ਤੇ ਤੁਸੀਂ ਇਹਨੂੰ ਤੁਸੀਂ ਪੋਸਟ ਕੀਤਾ ਸੀ ਦੈਟਸ ਇਟ ਸੱਚ ਅ ਗੁੱਡ ਐਗਜ਼ਾਮਪਲ ਤੁਸੀਂ ਇਸ ਟਾਈਪ ਦੀ ਇੰਟਰੋ ਬੋਲਣੀ ਹੈ ਜਿਸ ਦੇ ਵਿੱਚ ਤੁਸੀਂ ਟੌਪਿਕ ਦਾ ਨੇਮ ਇਨਕਲੂਡ ਕਰ ਰਹੇ ਹੋ ਐਂਡ ਈਜ਼ੀ ਕਲੀਅਰ ਟੂ ਅੰਡਰਸਟੈਂਡ ਇਟ ਸ਼ੁੱਡ ਬੀ ਅਰਾਊਂਡ 15 to 30 seconds ਬਹੁਤ ਵੱਡੀ ਇੰਟਰੋ ਨਹੀਂ ਬੋਲਣੀ ਰਾਈਟ ਸਿੰਪਲ ਬੋਲਣੀ ਹੈ ਇੰਟਰੋ ਦੈਨ ਜਨਰਲ ਕੁਐਸਚਨ ਕੱਲੇ ਨਹੀਂ ਹੋਣੇ ਚਾਹੀਦੇ ਕੁਐਸਚਨ ਸਪੈਸੀਫਿਕ ਵੀ ਹੋਣੇ ਚਾਹੀਦੇ ਨੇ
ਇਹ ਪੁਆਇੰਟ ਮੈਂ ਆਲਵੇਜ਼ ਦੱਸਦੀ ਹਾਂ ਕਿ ਜਨਰਲ ਕੁਐਸਚਨ ਕੇ ਪ੍ਰਾਈਸ ਕੀ ਹੈ, ਡਿਸਕਾਊਂਟ ਕੀ ਹੈ, ਇਹ ਇੰਪ੍ਰੈਸਿਵ ਨਹੀਂ ਹੈਗੇ। ਜਿਹੜਾ ਟੌਪਿਕ ਦਿੱਤਾ ਹੋ ਉਹਦੇ ਤੇ ਕੁਐਸਚਨ ਬਣਾਇਓ ਜ਼ਿਆਦਾ ਤੋਂ ਜ਼ਿਆਦਾ। ਲੈਟਸ ਸੇ ਯੋਗਾ ਕਲਾसेस, ਹੁਣ ਜੇ ਪੁੱਛੀ ਜਾਓਗੇ ਪ੍ਰਾਈਸ ਕੀ ਹੈ, ਡਿਸਕਾਊਂਟ ਕੀ ਹੈ, ਨਹੀਂ, ਤੁਸੀਂ ਪੁੱਛਣਾ ਕਿ ਯੋਗਾ ਵਰਡ ਤੇ ਕੁਐਸਚਨ ਬਣਾਇਓ, ਉਹ ਇੰਪ੍ਰੈਸਿਵ ਹੈ। ट्राई करना कि वेरिएशंस यूज होन, मतलब कि डिफरेंट वेज नाल क्वेश्चन पूछो। जरूरी नहीं सारे क्वेश्चन एस्क नाल पूछने ने, डिफरेंट वेज नाल। एस्क, इलिया, इयातिल, एस्किलिया, ऑल्सो विद क्वेश्चन वर्ड्स ऊ, को, कमो, कोम्बिया, कैल। फिर जाके ਤੁਹਾਡੇ ਮਾਰਕਸ ਇੰਪਰੂਵ ਹੁੰਦੇ ਨੇ ਜਦੋਂ ਬਹੁਤ ਸਾਰੇ ਮੈਥਡਸ ਨਾਲ ਕੁਐਸਚਨ ਪੁੱਛੇ ਹੋਣਗੇ। ਦੈਨ ਉਸ ਤੋਂ ਬਾਅਦ ਪੁਆਇੰਟ ਹੈ ਕਿ ਇੰਟਰੋਡਕਸ਼ਨ ਹੈ ਜਿਹੜੀ ਇਟ ਸ਼ੁੱਡ ਬੀ ਸ਼ਾਰਟ, ਬਹੁਤ ਵੱਡੀ ਨਹੀਂ ਬੋਲਣੀ, ਰਾਈਟ। ਦੈਨ ਉਸ ਤੋਂ ਬਾਅਦ ਪੁਆਇੰਟ ਗਿਵਨ ਹੈ ਸਮਵੇਅਰ टीचर जो भी रिप्लाई बैक कर रहा है ਉਹਦੇ ਤੇ गुड एक्सप्रेशन बोलो। लेट्स से आई एम सेइंग कैलिला प्री, टीचर कह रहे हैं से $300, इट्स $300, ਤੁਸੀਂ ਕਹਿ ਰਹੇ ਹੋ ਓਕੇ d'accord, ठीक है, मतलब दैट्स फाइन, ये भी बोल सकते हो बट मच मोर बेटर बोलो। लेट्स से यू कैन से $300 c'est un peu cher pour moi, then next question, right। then ਕਈ ਵਾਰ ਤੁਸੀਂ ਪ੍ਰੀਸੀਜ਼ਨਸ ਲੈ ਸਕਦੇ ਹੋ, ਮਤਲਬ ਕਿ ਵੀ ਟੀਚਰ ਨੇ ਕੋਈ ਆਨਸਰ ਬੋਲਿਆ ਤੁਸੀਂ ਉਹਦੇ ਤੋਂ ਹੀ ਨੈਕਸਟ ਕੁਐਸਚਨ ਪੁੱਛ ਸਕਦੇ ਹੋ। ਨੈਕਸਟ ਆਪਣੇ ਕੋਈ ਇੱਕ ਜਾਂ ਦੋ ਕੁਐਸਚਨ ਕੰਡੀਸ਼ਨਲ ਨਾਲ ਬਣਾਓ ਜਾਂ ਸਬਜੰਕਟਿਵ ਦੇ ਨਾਲ, ਵੈਰੀ ਇੰਪੋਰਟੈਂਟ। ਕੰਡੀਸ਼ਨਲ ਸੈਂਟੈਂਸਸ ਕਿਵੇਂ, ਲੈਟਸ ਸੇ ਮੈਂ ਕਹਿ ਰਹੀ ਹਾਂ ਇਫ ਵਾਲੇ ਸੈਂਟੈਂਸਸ, ਇਫ ਆਈ ਪੇ ਰਾਈਟ ਨਾਓ ਵਿਲ देयर बी एनी डिस्काउंट अवेलेबल, इफ लगा के सेंटेंसेस। ਜਾਂ ਫਿਰ ਸਬਜੰਕਟਿਵ, ਵੈਰੀ ਇੰਪੋਰਟੈਂਟ ਸਬਜੰਕਟਿਵ ਸੈਂਟੈਂਸਸ ਹੋਣੇ ਚਾਹੀਦੇ ਨੇ। ਲੈਟਸ ਸੇ ਇੱਕ ਤਾਂ ਸੈਂਟੈਂਸ ਹੈਗਾ ਪੁਇਸ਼ੇ ਰਿਜ਼ਰਵੇ ਔਸ਼ਰਦੀ ਔਰ ਪੁਇਸ਼ੇ ਪ੍ਰੌਂਦਰ les utile pour le jardinage, do I need to take the tools for the gardening। ਹੁਣ ਦੂਜਾ ਕੁਐਸਚਨ ਹੈਗਾ ਫੋਤਿਲ ਕਸ਼ਪਰਨ les utile pour le jardinage। ਦੇਖੋ ਸੇਮ ਕੁਐਸਚਨ ਬਟ ਵੇ ਮੋਰ ਇੰਪ੍ਰੈਸਿਵ। तो ਇੰਪ੍ਰੈਸਿਵ ਕੁਐਸਚਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਦੇ ਵਿੱਚ ਸਬਜੰਕਟਿਵ ਐਡ ਕਰੋ। ਇੱਥੇ ਸਬਜੰਕਟਿਵ ਦੀਆਂ ਐਗਜ਼ਾਮਪਲਸ ਨੇ। ਸੋ ਜਸਟ ਅ ਸਿੰਪਲ ਪੁਆਇੰਟ ਫॉर ਯੂ, ਤੁਸੀਂ ਇਹਨਾਂ ਦਾ ਇੱਕ ਵਾਰ ਸਕਰੀਨਸ਼ਾਟ ਲੈ ਲਓ। ਤੁਸੀਂ ਇਹ ਐਟਲੀਸਟ ਇਹ ਬਿਲਕੁਲ ਸਿੰਪਲ ਕੁਐਸਚਨਸ ਨੇ ਜਿਹੜੇ ਫॉर श्योर ਹਰ ਇੱਕ ਟੌਪਿਕ ਤੇ ਵਰਕ ਕਰਨਗੇ, ਸਭੀ ਸਬਜੰਕਟਿਵ ਬਣਾਏ ਹੋਏ ਨੇ, ਤੁਸੀਂ ਇਹ ਯਾਦ ਕਰ ਸਕਦੇ ਹੋ। All right, now we have some more points। रेपिटेशन नहीं करनी, वर्ड्स ਨੂੰ ਵੀ ਰਿਪੀਟ ਨਾ ਕਰੋ, ਕੁਐਸਚਨਸ ਨੂੰ ਵੀ ਰਿਪੀਟ ਨਾ ਕਰੋ, ਆਰਗੂਮੈਂਟਸ ਵੀ ਰਿਪੀਟ ਨਾ ਕਰੋ। ਸਿਨੋਨਿਮਸ ਯੂਜ਼ ਕਰਨ ਦੀ ਟਰਾਈ ਕਰੋ। ਆਰਗੂਮੈਂਟਸ ਕਿਵੇਂ ਰਿਪੀਟ ਹੁੰਦੇ ਨੇ ਜੇ ਆਪਾਂ ਹਰ ਇੱਕ ਪੁਆਇੰਟ ਤੇ ਬੋਲੀ ਜਾਵਾਂਗੇ। ਸੇਚਨ ਬੋਨ ਐਕਟੀਵਿਟੀ, ਬੋਨ ਓਪਰਚੁਨਿਟੀ, ਅਗੇਨ ਇੰਪ੍ਰੈਸਿਵ ਬਿਲਕੁਲ ਵੀ ਨਹੀਂ ਹੈਗਾ। then we have some more points। section B the, if you can see here, intro है ਜਿਹੜੀ should be about 30 seconds, presentation should be about 1 minute 30 seconds, ਬਾਕੀ 8 minutes arguments ਤੇ work ਕਰਨ। 30 सेकंड ਚ ਇੰਟਰੋ ਜਲਦੀ ਜਲਦੀ ਕੰਪਲੀਟ ਕਰ ਦੋ ਕਿ ਮੈਂ ਤੈਨੂੰ ਅੱਜ ਕਿਉਂ ਕਾਲ ਕਰੀ, ਮੈਂ ਤੈਨੂੰ ਇਹ ਚੀਜ਼ ਬਾਰੇ ਦੱਸਣਾ ਚਾਹੁੰਦਾ। ਪ੍ਰੈਜੈਂਟੇਸ਼ਨ ਸਾਰਾ ਟੌਪਿਕ ਪ੍ਰੈਜ਼ੈਂਟ ਕਰ ਦੋ। ਆਰਗੂਮੈਂਟੇਸ਼ਨ ਜੋ ਵੀ ਟੀਚਰ ਐਕਸਕਿਊਜ਼ ਦੇ ਰਿਹਾ ਉਹਦੇ ਤੇ ਰਿਪਲਾਈ ਬੈਕ ਕਰੋ। ਜਸਟ ਲਾਸਟ ਮਿੰਟ ਟੈਕਨੀਕ, ਜੇ ਕਿਤੇ ਬਿਲਕੁਲ ਕੁਝ ਸਮਝ ਹੀ ਨਹੀਂ ਲੱਗਿਆ ਆਰਗੂਮੈਂਟ ਤੇ ਟੀਚਰ ਨੇ ਕੀ ਕਿਹਾ, ਜਿੰਨਾ ਵੀ ਤੁਹਾਨੂੰ ਫ੍ਰੈਂਚ ਵਿੱਚ ਉਸ ਟੌਪਿਕ ਦੀਆਂ ਐਡਵਾਂਟੇजेस ਆਉਂਦੀਆਂ ਨੇ ਉਹ ਬੋਲ ਦੋ। ਨੈਕਸਟ ਦੇਖੋ, ਇੰਟਰੋਡਕਸ਼ਨ ਹੈ ਜਿਹੜੀ ਜਸਟ ਬਸ ਇਹ ਚੀਜ਼ ਸਮਝੋ ਮੇਨਲੀ। ਤੁਸੀਂ ਮੂਵੀ ਐਗਜ਼ਾਮਪਲ ਦਿੱਤੀ ਹੋਈ ਹੈ, ਬੈਡ ਐਗਜ਼ਾਮਪਲ ਸਪੀਕਿੰਗ ਸੈਕਸ਼ਨ ਬੀ ਦੀ ਇੰਟਰੋ ਦੀ। ਦੇਖੋ ਸਾਲੀ ਮੁਨਾਮੀ ਸਾਵਾ ਜੇਲੂ ਇਨ ਪਬਲਿਸਿਟੀ ਫॉर ਦਿਸ ਥਿੰਗ ਏ ਜੇਵੂ ਸੇ ਕੌਣ ਜੇਵੂ ਸਾ ਜੇ ਤੂੰ 10ਵੀਂ ਪਹੁੰਚਿਆ ਚੁਆ। ਜਦੋਂ ਮੈਂ ਇਹ ਚੀਜ਼ ਦੇਖੀ ਮੈਂ ਤੇਰੇ ਬਾਰੇ ਸੋਚਿਆ। इट्स नॉट अ गुड एग्जाम्पल, एवें इंट्रो नहीं होनी चाहिए, थोड़ी जी बेटर ग्रीटिंग्स एड ऑन करके होनी चाहिए है कि साली मुनामी सावा
ਵੀ ਐਸਕ ਛੂਆ ਤੀਸ਼ਾ ਚੂਵੇ ਐਨ ਐਕਟੀਵਿਟੀ ਸੰਪਾ ਫੇਲ ਅ ਵੀਕਐਂਡ ਕਿ ਤੈਨੂੰ ਕੋਈ ਨਵੀਂ ਐਕਟੀਵਿਟੀ ਮਿਲ ਗਈ ਇਹ ਵੀਕਐਂਡ ਤੇ ਕਰਨ ਦੇ ਲਈ ਤੇ ਵੀ ਸੇ ਪਾਰਫੂਆ ਕੰਪਲੀਕੇਟ ਸਮਟਾਈਮਸ ਇਹ ਕੰਪਲੀਕੇਟਡ ਹੋ ਜਾਂਦਾ ਬਟ ਮੈਂ ਨਾ ਤੇਰੇ ਲਈ ਇੱਕ ਐਡ ਦੇਖੀ ਸੀ ਤੇ ਜਦੋਂ ਮੈਂ ਉਹ ਦੇਖੀ ਮੈਂ ਤੇਰੇ ਬਾਰੇ ਸੋਚਿਆ ਆਪਾਂ ਪਹਿਲਾਂ ਉਹਦੇ ਵਿੱਚ ਕੋਈ ਲਾਈਨ ਐਡ ਕਰੀ ਆ ਕਿਤੇ ਹੋਰ ਅੱਜ ਕੱਲ ਕੀ ਕਰ ਰਿਹਾ ਕੋਈ ਐਕਟੀਵਿਟੀ ਲੱਭ ਲਈ ਤੂੰ ਜਾਂ ਫਿਰ ਦ वेकेशन ਤੇ ਤੇਰਾ ਜਾਣ ਦਾ ਕੀ ਪਲਾਨ ਹੈ ਔਰ ਲੈਟਸ ਸੇ ਐਨੀਥਿੰਗ ਅਕੋਰਡਿੰਗ ਟੂ ਦਾ ਟੌਪਿਕ ਲੈਟਸ ਸੇ ਜੌਬ ਆਫਰ ਤੇ ਹੈ ਕਿ ਹੋਰ ਤੂੰ ਅੱਜ ਕੱਲ ਕੀ ਕਰ ਰਿਹਾ ਤੂੰ ਜੌਬਸ ਲਈ ਅਪਲਾਈ ਕਰ ਰਿਹਾ ਸੀ ਕੋਈ ਜੌਬ ਦਾ ਅਪਡੇਟ ਆਇਆ ਜਾਂ ਨਹੀਂ ਸਮਥਿੰਗ ਲਾਈਕ ਦਿਸ ਇੰਟਰੋ 'ਚ ਇਹ ਕੁਛ ਐਡ ਔਨ ਕਰ ਸਕ ਤੋ ਪ੍ਰੈਜੈਂਟੇਸ਼ਨ ਹੈ ਜਿਹੜੀ ਜਸਟ ਅ ਮੇਨ ਪੁਆਇੰਟ ਗਿਵਨ ਇਨਫੋਰਮੇਸ਼ਨ ਨੂੰ ਆਪਣੀ ਵਰਡਿੰਗ 'ਚ ਬੋਲਣਾ ਠੀਕ ਹੈ ਸੋ ਦੇਖੋ ਇਹਨਾਂ ਨੇ ਇੱਕ ਬੈਡ ਐਗਜ਼ਾਮਪਲ ਦਿੱਤੀ ਹੋਈ ਹੈ ਫਾਰਮਾਸੀਓਂ ਦਾ ਪਿਲੋਤਾਜ ਪੋਸੀਬਲ ਇਹ ਟੌਪਿਕ ਦਾ ਨੇਮ ਹੈ ਜੇ ਤੁਸੀਂ ਹੁਣ ਸੇਮ ਹੀ ਚੱਕ ਕੇ ਦੱਸ ਦੋਗੇ ਕਿ ਇਲੀਆ ਇਨ ਫਾਰਮਾਸੀਓਂ ਦਾ ਪਿਲੋਤਾਜ that is not the good way of presenting the information अपनी वर्डिंग च थोड़ा जिहा चेंज करो कि ओसी जसे कच्चियो tracuria e interesse o sushi de pilotage de tus que vol e avec cette compagnie tu vas pouvoir faire une formation ਕਹਿੰਦੇ ਵੀ ਇਹ ਕੰਪਨੀ ਦੇ ਨਾਲ ਤੂੰ ਟ੍ਰੇਨਿੰਗ ਵੀ ਕਰ ਸਕਦਾ ਮੈਨੂੰ ਪਤਾ ਹੈ ਤੂੰ ਬੜਾ ਕਿਊਰੀਅਸ ਤੇ ਇੰਟਰਸਟਡ ਆ ਇਸ ਚੀਜ਼ ਦੇ ਲਈ ਤਾਂ ਦੇਖੋ ਸੇਮ ਹੀ ਪੁਆਇੰਟ ਹੈ ਆਪਣੀ ਵਰਡਿੰਗ 'ਚ ਥੋੜਾ ਜਿਹਾ ਉਹਨੂੰ ਡਿਫਾਈਨ ਕਰਤਾ ਆਪਾਂ ਨੇ ਤਾਂ ਇਹ ਹੈਗੀ ਹੈ ਪ੍ਰੈਜੈਂਟੇਸ਼ਨ ਦਾ ਪੁਆਇੰਟ then so again some last minute techniques ਜੇ ਕੋਈ ਵੀ ਨਮੈਰੋ ਮਤਲਬ ਟੈਲੀਫੋਨ ਨੰਬਰ ਦਿੱਤਾ ਹੋਇਆ ਐਡਰੈਸ ਦਿੱਤਾ ਹੋਇਆ ਵੈਬਸਾਈਟ ਦਿੱਤੀ ਹੋਈ ਹੈ ਜਾਂ ਈਮੇਲ ਦਿੱਤਾ ਹੋਇਆ ਉਹਨੂੰ ਮੈਂਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਰਾਈਟ ਕਿਉਂਕਿ ਮਾਰਕਸ ਹੀ ਘੱਟ ਹੋਣਗੇ ਇੰਨਾ ਵੱਡਾ ਟੈਲੀਫੋਨ ਨੰਬਰ ਚ ਕਿਤੇ ਕਨਫਿਊਜ਼ ਹੋ ਜਾਓਗੇ ਮਾਰਕਸ ਘੱਟ ਹੋ ਜਾਂਦੇ ਨੇ ਦੈਨ ਉਸ ਤੋਂ ਬਾਅਦ ਹੈ ਪੁਆਇੰਟ बार बार इको ही पॉइंट नेस्पा नेस्पा ना कहो देयर आर सो मैनी अदर मेथड्स qu'est-ce que tu en penses quel est ton opinion maintenant c'est super t'es d'accord something like this now there's a good way of presentation ਸੋ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਦਿੱਤੀ ਹੋਈ ਆ ਸੋ ਜੇ ਤੁਸੀਂ ਰੀਡ ਕਰੋ ਐਕਚੁਅਲੀ ਨਾ ਮੈਂ ਤੁਹਾਨੂੰ ਇਹਦਾ ਕਾਈਂਡ ਆਫ ਸਮਰੀ ਦੱਸ ਦਿੰਦੀ ਆ ਜੋ ਵੀ ਉੱਪਰ ਟੌਪਿਕ ਦੇ ਵਿੱਚ ਸੀ ਸਭੀ ਚੀਜ਼ਾਂ ਉਹੀ ਦੱਸੀਆਂ ਹੋਈਆਂ ਨੇ ਬਸ ਥੋੜੀ ਜਿਹੀ ਵਰਡਿੰਗ ਚੇਂਜ ਕਰਤੀ ਔਰ ਆਪਣੇ ਫਰੈਂਡ ਦੇ ਨਾਲ ਰਿਲੇਟ ਕਰਕੇ ਉਸ ਟੌਪਿਕ ਨੂੰ ਪ੍ਰੈਜ਼ੈਂਟ ਕਰਤਾ ਬੇਸਿਕਲੀ ਤੁਸੀਂ ਇਹਦੇ ਵਿੱਚ ਪ੍ਰੈਜੈਂਟੇਸ਼ਨ 'ਚ ਫਰੈਂਡ ਨੂੰ ਕਨਵਿੰਸ ਨਹੀਂ ਕਰ ਰਹੇ ਫਰੈਂਡ ਨੂੰ ਸਾਰੇ ਪੁਆਇੰਟਸ ਦੱਸ ਰਹੇ ਹੋ ਰਾਈਟ ਲੈਟਸ ਸੇ ਮੈਂ ਕਹਿ ਰਹੀ ਹਾਂ ਕਿ ਉੱਪਰ ਪੁਆਇੰਟ ਗਿਵਨ ਹੈ ਕਿ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੈਂ ਕਹਿ ਰਹੀ ਹਾਂ ਕਿ ਆਈ ਨੋ ਮਾਈ ਫਰੈਂਡ ਕਿ ਤੂੰ ਤਾਂ ਬੜਾ ਕਿਊਰੀਅਸ ਪਰਸਨ ਹੈ ਐਂਡ ਤੈਨੂੰ ਤੂੰ ਟ੍ਰੇਨਿੰਗਸ ਕਰਦਾ ਰਹਿੰਦਾ ਔਨ ਡਿਫਰੈਂਟ ਟੌਪਿਕਸ ਔਰ ਥਿੰਗਸ ਐਂਡ ਆਈ ਥਿੰਕ ਤੈਨੂੰ ਇਸ ਚੀਜ਼ ਦੀ ਟ੍ਰੇਨਿੰਗ ਲੈ ਲੈਣੀ ਚਾਹੀਦੀ ਹੈ ਦੈਟਸ ਇਟ तो बेसिकली जो ਉੱਪਰ ਪੁਆਇੰਟਸ ਨੇ ਉਹਨੂੰ ਫਰੈਂਡ ਨਾਲ ਕਾਈਂਡ ਆਫ ਕਨੈਕਟ ਕਰਕੇ ਤੁਸੀਂ ਪ੍ਰੈਜ਼ੈਂਟ ਕਰ ਦਿਓ ਪ੍ਰੈਜੈਂਟੇਸ਼ਨ ਪਾਰਟ 'ਚ ਤੁਸੀਂ ਟੌਪਿਕਸ ਪ੍ਰੈਜ਼ੈਂਟ ਕਰਨ ਤੇ ਜ਼ਿਆਦਾ ਫੋਕਸ ਕਰਨਾ ਰੈਦਰ ਦੈਨ ਕਿ ਤੁਸੀਂ ਫਰੈਂਡ ਨੂੰ ਕਨਵਿੰਸ ਕਰ ਰਹੇ ਹੋ ਫਰੈਂਡ ਨੂੰ ਕਨਵਿੰਸ ਕਰਨ ਤੇ ਘੱਟ ਫੋਕਸ ਕਰਿਓ ਟੌਪਿਕ ਨੂੰ ਪ੍ਰੈਜ਼ੈਂਟ ਕਰਨ ਤੇ ਜ਼ਿਆਦਾ ਫੋਕਸ ਕਰਿਓ ਵਨ ਮੋਰ ਪੁਆਇੰਟ ਟੀਚਰ ਤੁਹਾਨੂੰ ਇਨ ਬਿਟਵੀਨ ਕੱਟ ਕਰ ਸਕਦਾ ਇੰਟਰਪਟ ਕਰ ਸਕਦਾ ਡਿਊਰਿੰਗ ਦਾ ਪ੍ਰੈਜੈਂਟੇਸ਼ਨ ਉਹ ਜਿੱਥੇ ਚਾਹੇ ਟੀਚਰ ਇਟਸ ਅਪ ਟੂ ਦਾ ਟੀਚਰ ਉਹ ਕਿਤੇ ਵੀ ਤੁਹਾਨੂੰ ਸਟਾਪ ਕਰ ਦੂਗਾ ਇਨ ਪ੍ਰੈਜੈਂਟੇਸ਼ਨ ਤੇ ਉਹ ਫਿਰ ਉਹਨੂੰ ਤੁਸੀਂ ਇੱਕ 네ਗੇਟਿਵ ਪੁਆਇੰਟ ਨਾ ਸਮਝਿਓ ਤੁਸੀਂ ਜੋ ਫਿਰ ਟੀਚਰ ਇੰਟਰਪਟ ਕਰਕੇ ਜੋ ਵੀ ਕਹਿ ਰਿਹਾ ਬਸ ਤੁਸੀਂ ਉਹਦੇ ਨਾਲ ਅੱਗੇ ਕੰਟੀਨਿਊ ਕਰਿਓ ਉਹ ਗੱਲ ਨਾਲ ਪ੍ਰੈਜੈਂਟੇਸ਼ਨ ਉੱਥੇ ਹੀ ਛੱਡ ਦਿਓ ਦੈਨ ਵੀ ਹੈਵ ਆਰਗੂਮੈਂਟੇਸ਼ਨ ਆਰਗੂਮੈਂਟਸ ਤੇ ਤੁਸੀਂ ਜ਼ਿਆਦਾ ਵਧੀਆ ਟਾਈਮ ਸਪੈਂਡ ਕਰਿਓ ਆਰਗੂਮੈਂਟਸ ਤੇ ਹੀ ਤੁਸੀਂ ਆਪਣਾ ਗੁੱਡ ਟਾਈਮ ਜਿਹੜਾ ਲਗਾਇਓ ਦੇਖੋ ਸਿੰਪਲ ਦੇਖੋ ਜਿਵੇਂ 10 ਸੈਕਿੰਡ ਦਾ ਆਰਗੂਮੈਂਟ ਹੈ ਇਟਸ ਨਾਟ ਐਟ ਆਲ ਇਫੈਕਟਿਵ ਇੱਕ ਲਾਈਨ 'ਚ ਨਹੀਂ ਆਨਸਰ ਦੇਣਾ ਉਹਨੂੰ ਡਿਫਾਈਨ ਕਰੋ ਗੱਲ ਨੂੰ ਦੇਖੋ ਅਬਾਊਟ 45 ਸੈਕਿੰਡਸ 1 ਮਿੰਟ ਇੰਨਾ ਵੱਡਾ ਆਰਗੂਮੈਂਟ ਇੱਕ ਆਨਸਰ ਹੋਣਾ ਚਾਹੀਦਾ 5 6 7 ਲਾਈਨਸ ਦਾ ਦੈਨ ਜੀ ਹਾਂਜੀ ਦੈਟਸ ਇਟ
ਦੈਨ ਬਾਕੀ ਤਾਂ ਰੈਸਟ ਆਫ ਦਾ ਪੁਆਇੰਟਸ ਨੇ ਜੋ ਤੁਹਾਨੂੰ ਆਲਰੇਡੀ ਪਤਾ ਨੇ। ਇੱਕ ਲਾਸਟ ਪੁਆਇੰਟ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਆਪਣਾ ਆਪਣੇ ਆਰਗੂਮੈਂਟਸ ਵਿੱਚ ਕਨੈਕਟਰ ਯੂਜ਼ ਕਰਕੇ ਆਇਓ। Se pasa Susi, se pasa problem, no padichu, no ton fipam, suara siore, chupa etere siore। मतलब देखो ਇਹਨਾਂ ਤੋਂ ਗੱਲ ਸਟਾਰਟ ਕਰੋ ਆਪਣੇ ਆਰਗੂਮੈਂਟਸ ਦੀ। That's it for both sections last minute। ਜੋ ਐਜ਼ ਅ ਟੀਚਰ ਮੈਂ ਤੁਹਾਨੂੰ ਕੁਝ ਲਾਸਟ ਮਿਨਟ ਟੈਕਨੀਕਸ ਦੱਸ ਸਕਦੀ ਹਾਂ। ਜੇ ਕੁਝ ਵੀ ਨਹੀਂ ਬੋਲਣਾ ਆ ਰਿਹਾ ਡਿਊ ਟੂ ਐਨੀ ਨਰਵਸਨੈਸ ਔਰ ਐਨੀਥਿੰਗ, ਟਰਸਟ ਮੀ, ਜੇ ਟੌਪਿਕ ਸਮਝ ਵੀ ਨਹੀਂ ਲੱਗਿਆ, ਆਈ ਮੀਨ ਟੂ ਸੇ, ਪਹਿਲਾਂ ਤਾਂ ਤੁਸੀਂ ਟਰਾਈ ਕਰੋ ਇਨ ਦ ਬਿਗਨਿੰਗ ਬਿਫੋਰ ਸਟਾਰਟਿੰਗ ਦ ਰਿਕਾਰਡਿੰਗ। ਜਦੋਂ ਟੀਚਰ ਸਟਾਰਟ ਕਰ ਰਹੇ ਉਸ ਤੋਂ ਪਹਿਲਾਂ ਹੀ ਟੀਚਰ ਤੋਂ ਪੁੱਛ ਲਓ ਕਿ ਇਹਦਾ ਕੀ ਮੀਨਿੰਗ ਹੈ, ਕੋਈ ਵਰਡ ਦਾ ਮੀਨਿੰਗ। ਜਾਂ ਫਿਰ ਇਨ ਸੈਕਸ਼ਨ ਏ ਲੈਟਸ ਸੇ ਕੋਈ ਪੁਆਇੰਟ ਨਹੀਂ ਸਮਝ ਲੱਗਿਆ, ਮੈਂ ਕੋਈ ਟੌਪਿਕ ਓਪਨ ਕਰ ਰਹੀ ਹਾਂ, ਲੈਟਸ ਸੇ ਮੈਨੂੰ ਕੋਈ ਕੁਐਸਚਨ ਟੌਪਿਕ ਨਹੀਂ ਇਹਦਾ ਪੁਆਇੰਟ ਨਹੀਂ ਸਮਝ ਲੱਗਿਆ, ਇਹਨੂੰ ਹੀ ਕੁਐਸਚਨ ਬਣਾ ਦਿਓ ਕਿ ਕੈਸ ਕੇ ਉਹ ਫਨ ਪਾਰਕ, ਵਟ ਇਜ਼ ਉਹ ਫਨ ਪਾਰਕ। ਇੰਸਟੈਡ ਆਫ ਕਿ ਤੁਸੀਂ ਚੁੱਪ ਕਰ ਰਹੇ ਹੋ ਕੁਝ ਪੁੱਛ ਹੀ ਨਹੀਂ ਰਹੇ, ਵਰਡ ਦਾ ਹੀ ਕੁਐਸਚਨ ਬਣਾ ਦਿਓ। ਜਾਂ ਫਿਰ ਕ ਅਤੌਂਦੇ ਵੂ ਪਾਰ ਉਹ ਫਨ ਪਾਰਕ, ਵਟ ਡੂ ਯੂ ਮੀਨ ਬਾय ਉਹ ਫਨ ਪਾਰਕ। ਦੈਨ ਇਨ ਸੈਕਸ਼ਨ ਬੀ, ਐਕਚੁਅਲੀ ਨਾ ਐਟ ਸਮ ਪੁਆਇੰਟ ਤੁਸੀਂ ਫੀਲ ਕਰੋਗੇ ਕਿ ਕੋਈ ਕੁਐਸਚਨ ਹੀ ਨਹੀਂ ਬਣ ਰਹੇ, ਸੌਰੀ ਕੋਈ ਆਰਗੂਮੈਂਟਸ ਦਾ ਆਨਸਰ ਹੀ ਨਹੀਂ ਆ ਰਿਹਾ। ਇਨ ਦੈਟ ਕੇਸ ਟੀਚਰ ਨੂੰ ਨੈਗੇਟਿਵ ਕੰਸਿਡਰ ਕਰ ਦੋ ਕਿ ਤੂੰ ਬੜਾ ਨੈਗੇਟਿਵ ਹੈ। ਉਹਦੇ ਮੈਂ ਤੁਹਾਨੂੰ ਪੈਰਾਗ੍ਰਾਫ ਲਿਖਵਾਇਆ ਸੀ ਕਿ ਤੂੰ ਨੈਗੇਟਿਵ ਹੈ, ਤੂੰ ਆਲਵੇਜ਼ ਇਹੀ ਗੱਲਾਂ ਕਰਦਾ ਰਹਿੰਦਾ, ਦਿਸ ਐਂਡ ਦੈਟ। ਲਾਸਟ ਵਿੱਚ ਉਹ ਪੈਰਾਗ੍ਰਾਫ ਬੋਲ ਦੋ। ਰਾਈਟ। ਦੈਨ ਹਾਂਜੀ, ਜਿਹੜੇ ਜਨਰਲ ਆਰਗੂਮੈਂਟਸ ਯਾਦ ਕੀਤੇ ਨੇ ਉਹ ਬੋਲ ਸਕਦੇ ਹੋ। ਤੇ ਜੇ ਕੋਈ ਪੁਆਇੰਟ ਨਹੀਂ ਸਮਝ ਲੱਗਿਆ ਟੀਚਰ ਨੇ ਕੀ ਕਿਹਾ, ਉਹਦੇ ਤੇ ਤੁਸੀਂ ਆਪਣੇ ਟੌਪਿਕ ਦੀਆਂ ਮੇਨ ਐਡਵਾਂਟੇजेस ਬੋਲ ਦਿਓ। ਦੈਟਸ ਇਟ ਫॉर ਬੋਥ ਸੈਕਸ਼ਨ ਏ ਐਂਡ ਬੀ। ਤੁਹਾਨੂੰ ਜੋ ਵੀ ਡਾਊਟਸ ਨੇ ਤੁਸੀਂ ਉਹ ਕਲੀਅਰ ਕਰ ਲਓ।